ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਖੜੇ ਹਾਂ ਜੀ ਮਲੇਰ ਕੋਟਲਾ। ਮਲੇਰ ਤੇ ਕੋਟਲਾ ਦੋ ਪਿੰਡਾਂ ਨੂੰ ਇਕੱਠੇ ਕਰਕੇ ਇਹ ਸ਼ਹਿਰ ਵਸਿਆ ਜਿੱਥੇ ਸ਼ੇਰ ਮੁਹੰਮਦ ਖਾਂ ਜਿਨ੍ਹਾਂ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਲਈ ਹਾ ਦਾ ਨਾਰਾ ਮਾਰਿਆ ਤੇ ਗੁਰੂ ਸਾਹਿਬ ਵੱਲੋਂ ਉਹਨਾਂ ਨੂੰ ਭੇਜੀ ਹੋਈ ਇੱਕ ਸ੍ਰੀ ਸਾਹਿਬ ਕਿਰਪਾਨ, ਉਹਦੇ ਵੀ ਦਰਸ਼ਨ ਆਪ ਜੀ ਦੇ ਨਾਲ ਅੱਜ ਸਾਂਝ ਪਾਉਂਦੇ ਹਾਂ। ਇਹ ਮਲੇਰਕੋਟਲਾ ਜਿਹੜਾ ਗੁਰੂ ਸਾਹਿਬ ਜੀ ਦੇ ਆਸ਼ੀਰਵਾਦ ਸਦਕਾ ਹੀ ਵਸ ਰਿਹਾ ਹੈ। ਇਤਿਹਾਸ ਇਹਦਾ ਸ਼ੁਰੂ ਹੁੰਦਾ ਹੈ 650 ਸਾਲ ਪਹਿਲਾਂ, ਜਦੋਂ ਬਹਿਲੋਲ ਲੋਧੀ ਦਿੱਲੀ ਨੂੰ ਜਿੱਤਣ ਵਾਸਤੇ ਜਾ ਰਿਹਾ ਹੈ ਤਾਂ ਉਹ ਇੱਥੇ ਰੁਕਦਾ ਹੈ। ਇੱਕ ਫਕੀਰ ਜਿਹੜੇ ਫਕੀਰ ਸਦਰੂਦੀਨ ਸਦਰੇ ਜਹਾਂ, ਉਹਨਾਂ ਦੇ ਨਾਲ ਉਹਦੀ ਵਾਰਤਾਲਾਪ ਹੁੰਦੀ ਹੈ ਤੇ ਉਹਨਾਂ ਦੇ ਆਸ਼ੀਰਵਾਦ ਨਾਲ ਹੀ ਅੱਗੇ ਜਾਂਦਾ ਹੈ। ਤਾਂ ਬਾਅਦ ਵਿੱਚ ਆਪਣੀ ਬੇਟੀ ਧੀ ਨੂੰ ਉਹ ਫਕੀਰ ਸਾਹਿਬ ਦੇ ਨਾਲ ਹੀ ਨਿਕਾਹ ਕਰ ਦਿੰਦਾ ਹੈ ਔਰ ਉੱਥੋਂ ਹੀ ਫਿਰ ਇਹ ਵੰਸ਼ ਚੱਲਦਾ ਹੈ ਜਿਹਦੇ ਵਿੱਚ ਫਕੀਰ ਵੀ ਹਨ ਔਰ ਰਾਜੇ ਵੀ ਪੈਦਾ ਹੋਏ ਹਨ। ਜੇ ਹਾ ਦਾ ਨਾਰਾ ਸ਼ੇਰ ਮੁਹੰਮਦ ਜੀ ਨੇ ਆ ਕੇ ਮਾਰਿਆ ਤਾਂ ਸ਼ਾਇਦ ਇਹਦੀ ਇਹ ਵੀ ਕੜੀ ਕਿਤੇ ਨਾ ਕਿਤੇ ਜੁੜਦੀ ਹੈ ਕਿ ਇਹ ਧਰਮੀ ਪਰਿਵਾਰ ਸੀਗਾ ਪਿੱਛੋਂ। ਉਹ ਫਕੀਰ ਜੀ ਬਾਬਾ ਹੈਦਰ ਸ਼ੇਖ ਜੀ ਦੇ ਨਾਂ ਤੇ ਮਸ਼ਹੂਰ ਹੋਏ ਤੇ ਅੱਜ ਸ਼ਹਿਰ ਦੇ ਵਿੱਚ ਉਹਨਾਂ ਦੀ ਬਹੁਤ ਵੱਡੀ ਦਰਗਾਹ ਹੈ। ਹੁਣ ਗੱਲ ਕਰੀਏ ਜਦੋਂ ਸਮਾਂ ਆਉਂਦਾ ਹੈ ਸ਼ੇਰ ਮੁਹੰਮਦ ਖਾਨ ਹੋਣਾ ਦਾ, ਉਹਨਾਂ ਦਾ ਜਨਮ 1672 ਦੇ ਵਿੱਚ ਹੁੰਦਾ ਹੈ ਤੇ 1712 ਦੇ ਵਿੱਚ ਉਹਨਾਂ ਦਾ ਇੰਤਕਾਲ ਹੋ ਜਾਂਦਾ ਹੈ। ਉਹ ਇਸ ਦੁਨੀਆ ਤੋਂ ਰੁਖਸਤ ਹੋ ਕੇ ਚਲੇ ਜਾਂਦੇ ਹਨ। ਜਦੋਂ ਚਮਕੌਰ ਦੀ ਗੜੀ ਦੇ ਵਿੱਚ ਘੇਰਾ ਪਿਆ ਹੈ, ਦੇਖਿਆ ਜਾਵੇ ਤਾਂ ਇਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਦੁਸ਼ਮਣ ਹੈ, ਦੁਸ਼ਮਣ ਦੇ ਤੌਰ ਤੇ ਚੜ੍ਹ ਕੇ ਆਇਆ ਹੈ। ਚਮਕੌਰ ਦੇ ਵਿੱਚ ਇਹਦਾ ਭਰਾ ਨਾਹਰ ਖਾਂ ਗੁਰੂ ਸਾਹਿਬ ਜੀ ਦੇ ਹੱਥੋਂ ਮਾਰਿਆ ਜਾਂਦਾ ਹੈ ਔਰ ਉਸੇ ਦੇ ਵਿੱਚ ਹੀ ਇਹਦਾ ਭਤੀਜਾ ਖਿਜਰ ਖਾਂ ਵੀ ਮਾਰਿਆ ਗਿਆ ਹੈ। ਇੰਨੀ ਕਿ ਇਹਦੇ ਮਨ ਦੇ ਵਿੱਚ ਜਿਹੜੀ ਨਫ਼ਰਤ ਹੋਏਗੀ ਗੁਰੂ ਗੋਬਿੰਦ ਸਿੰਘ ਜੀ ਪ੍ਰਤੀ। ਪਰ ਥੋੜੇ ਦਿਨ ਬਾਅਦ ਜਦੋਂ ਸ਼ੇਰ ਮੁਹੰਮਦ ਖਾਨ ਨੂੰ ਵਜ਼ੀਰ ਖਾਂ ਸਰਹੰਦ ਵਿੱਚ ਸੱਦਦਾ ਹੈ, ਉਸ ਵੇਲੇ ਸ਼ੇਰ ਮੁਹੰਮਦ ਖਾਨ ਨੇ ਕਿਹਾ ਸੀਗਾ ਕਿ ਕੁਰਾਨ ਸ਼ਰੀਫ ਵਿੱਚ ਲਿਖਿਆ ਹੈ ਨਿਰਦੋਸ਼ ਬੱਚਿਆਂ ਨੂੰ ਮਾਰਨਾ ਜਿਹੜਾ ਉਹ ਹਜ਼ਾਰਾਂ ਬੱਚਿਆਂ ਦੇ ਕਤਲ ਕਰਨ ਦੇ ਬਰਾਬਰ ਹੈ। ਅਸੀਂ ਇਦਾਂ ਨਹੀਂ ਕਰ ਸਕਦੇ, ਇਸ ਚੀਜ਼ ਦੀ ਜਿਹੜੀ ਇਜਾਜ਼ਤ ਸਾਡਾ ਧਰਮ ਨਹੀਂ ਦਿੰਦਾ। ਅਸੀਂ ਆਪਣੇ ਭਰਾ ਦਾ ਬਦਲਾ ਗੋਬਿੰਦ ਸਿੰਘ ਕੋਲੋਂ ਜ਼ਰੂਰ ਲਵਾਂਗੇ, ਪਰ ਉਹ ਮੈਦਾਨੇ ਜੰਗ ਵਿੱਚ ਲਵਾਂਗੇ। ਨਵਾਬ ਸ਼ੇਰ ਮੁਹੰਮਦ ਖਾਨ ਜਿਹੜੇ ਆ ਉਸ ਦਰਬਾਰ ਦੀ ਕਾਰਵਾਈ ਨੂੰ ਛੱਡ ਕੇ ਆ ਜਾਂਦੇ ਆ, ਹਾ ਦਾ ਨਾਰਾ ਮਾਰਦੇ ਆ ਕਿ ਇਹ ਗਲਤ ਹੋ ਰਿਹਾ ਹੈ। ਔਰ ਇੱਕ ਇਤਿਹਾਸਕ ਪੱਖ ਹੋਰ ਮਿਲਦਾ ਹੈ ਜੋ ਇਸ ਕਿਲੇ ਵਿੱਚ ਰਹਿਣ ਤੋਂ ਕਾਫੀ ਸਮਾਂ ਬਾਅਦ ਇੱਕ ਇਹਨਾਂ ਦੇ ਕਾਗਜ਼ਾਂ 'ਚੋਂ ਚਿੱਠੀ ਪ੍ਰਾਪਤ ਹੋਈ ਕਿ ਨਵਾਬ ਮਲੇਰਕੋਟਲਾ ਨੇ ਇੱਕ ਚਿੱਠੀ ਔਰੰਗਜ਼ੇਬ ਨੂੰ ਵੀ ਲਿਖੀ ਸੀ ਫਿਰ ਇਹ ਹਾ ਦਾ ਨਾਰਾ ਮਾਰਨ ਵਾਸਤੇ। ਚਿੱਠੀ ਤਾਂ ਬਹੁਤ ਲੰਬੀ ਹੈ ਔਰ ਉਹਦੇ ਵਿੱਚ ਉਹ ਪਹਿਲਾਂ ਕਹਿੰਦੇ ਹਨ ਔਰੰਗਜ਼ੇਬ ਨੂੰ, ਕਿਉਂਕਿ ਉਹ ਬਾਦਸ਼ਾਹ ਹੈ, ਉਹ ਕਹਿੰਦੇ ਹਨ ਕਿ ਮੈਂ ਇੱਕ ਛੋਟਾ ਜਿਹਾ ਨਵਾਬ ਹਾਂ, ਛੋਟਾ ਜਿਹਾ ਰਾਜਾ ਹਾਂ, ਪਰ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਕਿ ਬੱਚਿਆਂ ਨੂੰ ਮੌਤ ਦੀ ਸਜ਼ਾ ਨਹੀਂ ਮਿਲਣੀ ਚਾਹੀਦੀ। ਔਰ ਚਿੱਠੀ ਦੇ ਵਿੱਚ ਉਹ ਸੁਜੈਸ਼ਨ ਕਰਦੇ ਹਨ ਕਿ ਜਾਂ ਤੇ ਤੁਸੀਂ ਬੱਚਿਆਂ ਨੂੰ ਆਪਣੇ ਕੋਲ ਦਿੱਲੀ ਕੈਦ ਕਰ ਲਵੋ ਜਦੋਂ ਤੱਕ ਇਹ ਬੱਚੇ ਬਾਗੀ ਸੁਰਾਂ ਨਹੀਂ ਛੱਡਦੇ, ਜਾਂ ਜਦੋਂ ਤੱਕ ਇਹਨਾਂ ਦਾ ਪਿਤਾ ਜਿਹੜਾ ਵਾ ਉਹ ਵੀ ਸਾਡੇ ਕਹਿਣੇ ਦੇ ਵਿੱਚ ਨਹੀਂ ਆ ਜਾਂਦਾ, ਜਾਂ ਫਿਰ ਦੂਜਾ ਪੱਖ ਉਹਨੇ ਕਿਹਾ ਸੀਗਾ ਕਿ ਇਹਨਾਂ ਬੱਚਿਆਂ ਨੂੰ ਮੇਰੇ ਹਵਾਲੇ ਕਰ ਦਿਓ, ਮੈਂ ਇਹਨਾਂ ਨੂੰ ਇੱਥੇ ਮਲੇਰਕੋਟਲੇ ਦੇ ਵਿੱਚ ਕੈਦ ਕਰਕੇ ਰੱਖਾਂਗਾ। ਹੁਣ ਉਹ ਚਿੱਠੀ ਉਸ ਸਮੇਂ ਔਰੰਗਜ਼ੇਬ ਤੱਕ ਪਹੁੰਚੀ ਹੈ ਕਿ ਨਹੀਂ, ਉਹ ਇੱਕ ਅਲੱਗ ਪੱਖ ਹੈ, ਜਾਂ ਉਸ ਦੇ ਉੱਤੇ ਕੋਈ ਫੈਸਲਾ ਲਿਆ ਗਿਆ ਕਿ ਨਹੀਂ, ਕਿਉਂਕਿ ਇਹ ਸਾਰਾ ਕੁਝ ਬਹੁਤ ਛੇਤੀ ਹੋ ਗਿਆ। ਇਹਦਾ ਫਿਰ ਅੱਗੇ ਕੋਈ ਇਤਿਹਾਸਕ ਹਵਾਲਾ ਨਹੀਂ ਮਿਲਦਾ ਔਰ ਦਾਸ ਨੂੰ ਵੀ ਲੱਗਦਾ ਹੈ ਕਿ ਸ਼ਾਇਦ ਇਹ ਚਿੱਠੀ ਪਹੁੰਚਣ ਤੋਂ ਪਹਿਲਾਂ ਹੀ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋ ਗਈ ਹੋਵੇਗੀ। ਇੱਕ ਪੱਖ ਹੋਰ ਇਸ ਚਿੱਠੀ ਦਾ ਮਿਲਦਾ ਹੈ ਕਿ ਜਿਹੜੀ ਚਿੱਠੀ ਦੇ ਉੱਤੇ ਤਰੀਕ ਲਿਖੀ ਹੋਈ ਹੈ ਉਹ ਤਰੀਕ ਔਰੰਗਜ਼ੇਬ ਦੀ ਮੌਤ ਤੋਂ 2-3 ਸਾਲ ਬਾਅਦ ਦੀ ਹੈ। ਸੋ ਫਿਰ ਇੱਕ ਪੱਖ ਇਹ ਵੀ ਕਿਹਾ ਜਾਂਦਾ ਹੈ ਕਿ ਸ਼ਾਇਦ ਇਹ ਚਿੱਠੀ ਜਿਹੜੀ ਹੈ ਇਹ ਬਾਅਦ ਵਿੱਚ ਲਿਖੀ ਗਈ, ਜਾਂ ਇਹ ਚਿੱਠੀ ਜਿਹੜੀ ਔਥੈਂਟੀਕੇਟਡ ਉਸ ਸਮੇਂ ਦੀ ਨਹੀਂ ਹੈ। ਇੱਕ ਹੋਰ ਪੱਖ ਜਿਹੜਾ ਆਪ ਜੀ ਦੇ ਨਾਲ ਸਾਂਝਾ ਕਰੀਏ ਕਿ ਵਜੀਦ ਖਾਨ ਦੇ ਸ਼ੇਰ ਮੁਹੰਮਦ ਖਾਨ ਜੀ ਜੀਜਾ ਜੀ ਲੱਗਦੇ ਸਨ। ਇਹ ਵੀ ਸ਼ਾਇਦ ਕਾਰਨ ਹੋਵੇਗਾ ਕਿ ਉਹਨਾਂ ਦਾ ਉੱਥੇ ਰੁਤਬਾ ਵੱਡਾ ਵੀ ਹੋਵੇਗਾ। ਜਿਹੜਾ ਉਹਨਾਂ ਨੇ ਹਾ ਦਾ ਨਾਰਾ ਮਾਰਨ ਦੀ ਦਲੇਰੀ ਕੀਤੀ ਹੈ, ਸਿੱਖ ਕੌਮ ਨੇ ਉਹਨੂੰ ਸਦਾ ਹੀ ਮਾਣ ਦਿੱਤਾ ਹੈ। ਇਸ ਚੀਜ਼ ਨੂੰ ਸਦਾ ਹੀ ਇਹੀ ਕਾਰਨ ਰਿਹਾ ਕਿ ਪੰਜਾਬ ਦੇ ਵਿੱਚ ਜਦੋਂ ਮਿਸਲਾਂ ਦਾ ਵੀ ਸਮਾਂ ਆਇਆ, ਇਹ ਇੱਕ ਮੁਸਲਮਾਨ ਵੀਰਾਂ ਦੀ ਰਿਆਸਤ ਸੀਗੀ ਮਲੇਰਕੋਟਲਾ, ਜਿਹਦਾ ਰਾਜ ਸਦਾ ਬਰਕਰਾਰ ਰਿਹਾ।
ਨੂਰਾ ਮਾਹੀ ਆਣ ਕੇ ਸਾਰਾ ਵਾਰਤਾਲਾਪ ਸੁਣਾਉਂਦਾ ਹੈ। ਉਸ ਵੇਲੇ 10ਵੇਂ ਪਾਤਸ਼ਾਹ ਨੇ ਜਦੋਂ ਹੱਥ ਵਿੱਚ ਫੜੇ ਹੋਏ ਤੀਰ ਦੇ ਨਾਲ ਕਾਹੀ ਦਾ ਬੂਟਾ ਪੁੱਟ ਦਿੱਤਾ ਸੀਗਾ, ਕਹਿ ਦਿੱਤਾ ਸੀਗਾ ਕਿ ਇਥੋਂ ਤੁਰਕਾਂ ਦੀ ਹੁਣ ਜੜ ਪੁੱਟੀ ਗਈ। ਜਦੋਂ ਉੱਥੇ ਨੂਰੇ ਮਾਹੀ ਨੇ ਗੱਲ ਸੁਣਾਈ ਸੀਗੀ ਕਿ ਮਲੇਰਕੋਟਲੇ ਦੇ ਨਵਾਬ ਨੇ ਹਾ ਦਾ ਨਾਰਾ ਮਾਰਿਆ ਸੀ, ਤਾਂ ਗੁਰੂ ਸਾਹਿਬ ਨੇ ਉਸ ਵੇਲੇ ਬਚਨ ਕਰ ਦਿੱਤੇ ਸੀਗੇ, ਇੱਕ ਮਲੇਰੀਅਨ ਕੀ ਜੜ ਰਹਿ, ਅਪਰ ਤੁਰਕ ਸਭ ਕੀ ਜੜ ਦਹਿ। ਗੁਰੂ ਸਾਹਿਬ ਕਹਿੰਦੇ ਬਾਕੀ ਸਾਰੇ ਤੁਰਕਾਂ ਦੀ ਜੜ ਖਤਮ ਹੋ ਜਾਏਗੀ, ਸਵਾਹ ਹੋ ਜਾਏਗਾ ਉਹਨਾਂ ਦਾ ਰਾਜ। ਉਸ ਵੇਲੇ ਗੁਰੂ ਸਾਹਿਬ ਨੇ ਜਿੱਥੇ ਇਸ ਮਲੇਰਕੋਟਲੇ ਨੂੰ ਵਸਣ ਦਾ ਵਰ ਦਿੱਤਾ, ਨਾਲ ਹੀ ਨਵਾਬ ਸ਼ੇਰ ਮੁਹੰਮਦ ਖਾਨ ਨੂੰ ਜਿਹੜੀ ਆਪਣੇ ਕੋਲੋਂ ਇੱਕ ਬਹੁਤ ਹੀ ਸੋਹਣੀ ਕਿਰਪਾਨ ਸ੍ਰੀ ਸਾਹਿਬ ਭੇਜੀ। ਇਹ ਜਿਹੜਾ ਤੁਸੀਂ ਕਿਲਾ ਦੇਖ ਰਹੇ ਹੋ, ਇਹ ਉਸ ਦੀ ਸਭ ਤੋਂ ਵੱਡਾ ਗੁੰਬਦ ਹੈ। ਇਸ ਦੇ ਉੱਪਰ ਇੱਕ ਰੋਡ ਅੱਜ ਵੀ ਹੈ। ਜਦੋਂ ਇਸ ਦੀ ਸ਼ਾਨੋ ਸ਼ੌਕਤ ਹੋਏਗੀ, ਇਸ ਦੇ ਉੱਪਰ ਇਹਨਾਂ ਦਾ ਇੱਕ ਜਿਹੜਾ ਝੰਡਾ ਹੋਏਗਾ ਉਹ ਝੂਲਦਾ ਹੋਏਗਾ। ਅੱਜ ਇਹ ਤਕਰੀਬਨ 2 ਏਕੜ ਜਗ੍ਹਾ ਹੈ, ਜਿਸ ਦੇ ਵਿੱਚ ਬਹੁਤ ਵੱਡਾ ਮਹਿਲ ਹੀ ਬਣਿਆ ਹੋਇਆ ਹੈ। ਇਸ ਮਹਿਲ ਨੂੰ ਮੁਬਾਰਕ ਮੰਜ਼ਲ ਮਹਿਲ ਕਹਿੰਦੇ ਹਨ। ਉਸ ਵੇਲੇ ਸਾਰੀ ਰਿਆਸਤ ਹੀ ਉਹਨਾਂ ਦੀ ਸੀ। ਅੱਜ ਬਹੁਤ ਥੋੜੀ ਜਗ੍ਹਾ ਰਹਿ ਗਈ ਹੈ। ਇਸ ਦੇ ਪਿੱਛੇ ਅਸੀਂ ਜਿੱਥੋਂ ਦੇਖ ਸਕਦੇ ਹਾਂ, ਤਕਰੀਬਨ 200 ਮੀਟਰ ਪਿੱਛੇ ਗੁਰਦੁਆਰਾ ਹਾ ਦਾ ਨਾਰਾ ਸਾਹਿਬ ਬਣਿਆ ਹੋਇਆ ਹੈ, ਜਿਹੜਾ ਸਿਰਫ ਇੱਕ ਨਵਾਬ ਸਾਹਿਬ ਦੀ ਉਹ ਥੋੜੇ ਜਿਹੇ ਮਿੰਟਾਂ ਦੀ ਜਿਹੜੀ ਕੁਰਬਾਨੀ ਆ, ਉਸ ਨੂੰ ਪੰਥ ਨੇ ਕਦੀ ਨਹੀਂ ਭੁਲਾਇਆ। ਉਸ ਯਾਦ ਨੂੰ ਮਹਿਫੂਜ਼ ਰੱਖਣ ਲਈ ਇੱਕ ਇਤਿਹਾਸਕ ਪਲ ਜਿਹੜਾ ਵਾ, ਸਾਹਿਬਜ਼ਾਦੇ ਤਾਂ ਸ਼ਹੀਦ ਹੋ ਗਏ, ਜਿਹੜਾ ਐਂਡ ਰਿਜ਼ਲਟ ਆ ਉਹਦੇ ਉੱਤੇ ਕੋਈ ਫਰਕ ਨਹੀਂ ਪਿਆ, ਉਹਨਾਂ ਦੀ ਸ਼ਹੀਦੀ ਹੀ ਉਹਨਾਂ ਕਰਨੀ ਸੀ, ਉਹ ਹੋ ਗਈ। ਪਰ ਨਵਾਬ ਸ਼ੇਰ ਮੁਹੰਮਦ ਨੇ ਜਿਹੜਾ ਇੱਕ ਨਾਰਾ ਮਾਰ ਦਿੱਤਾ, ਉਹਦੇ ਬਦਲੇ ਕੌਮ ਨੇ ਉਹਨਾਂ ਨੂੰ ਸਦਾ ਯਾਦ ਰੱਖਿਆ। ਔਰ ਇੱਕ ਬਹੁਤ ਸੋਹਣਾ ਗੁਰਦੁਆਰਾ ਹਾ ਦਾ ਨਾਰਾ ਸਾਹਿਬ ਮਲੇਰਕੋਟਲੇ ਤੋਂ ਜਿਹੜੀ ਧੂਰੀ ਵਾਲੀ ਰੋਡ ਹੈ, ਮੇਨ ਰੋਡ, ਉਹਦੇ ਉੱਪਰ ਹੀ ਬਣਿਆ ਹੋਇਆ ਹੈ। ਇੱਕ ਇੱਥੇ ਸੀਸ ਮਹਿਲ ਸੀਗਾ, ਜਿਹੜਾ ਉਹਨਾਂ ਦੀ ਅਸਲੀ ਰਿਹਾਇਸ਼ ਸੀਗੀ ਉਸ ਟਾਈਮ ਤੇ, ਉਹ ਅੱਜ ਬਿਲਕੁਲ ਖਤਮ ਹੋ ਗਿਆ ਹੈ। ਇਹ ਬਿਲਡਿੰਗ ਜਿੱਥੇ ਆਪਾਂ ਖੜੇ ਹਾਂ, ਤਕਰੀਬਨ 150 ਸਾਲ ਤੋਂ ਉੱਪਰ ਇਹ ਪੁਰਾਣੀ ਹੈ, ਬਹੁਤ ਹੀ ਆਲੀਸ਼ਾਨ। ਔਰ ਇਸ ਦੀ ਸ਼ਾਨੋ ਸ਼ੌਕਤ ਫੋਟੋਆਂ ਦੇ ਵਿੱਚ ਨਹੀਂ ਦੇਖੀ ਜਾ ਸਕਦੀ। ਅਸੀਂ ਅੱਖੀਂ ਵੇਖ ਕੇ ਇਸ ਗੱਲ ਦੀ ਗਵਾਹੀ ਭਰਦੇ ਹਾਂ ਕਿ ਇੱਥੇ ਕਿੰਨੀਆਂ ਕੁ ਲਹਿਰਾਂ ਬਹਿਰਾਂ ਹੋਣਗੀਆਂ, ਫੌਜਾਂ ਹੋਣਗੀਆਂ। ਅੱਜ ਇਹ ਢਹਿ ਢੇਰੀ ਹੋ ਰਿਹਾ, ਛੱਤਾਂ ਇਸ ਦੀਆਂ ਡਿੱਗ ਰਹੀਆਂ ਹਨ ਔਰ ਬਹੁਤ ਬੁਰੀ ਹਾਲਤ ਹੈ। ਆਲੀਸ਼ਾਨ ਮਹੱਲ ਜਿਸ ਨੇ ਨਵਾਬੀ ਤੇ ਹੋਰ ਰਾਜਸੀ ਠਾਠ ਬਾਠ ਦੇਖੇ ਹਨ, ਇਹਦੇ ਅਖੀਰਲੇ ਨਵਾਬ ਇਫਤਖਾਰ ਅਲੀ ਖਾਨ ਜਿਹੜੇ 1904 ਚੋਂ ਪੈਦਾ ਹੋਏ, 1982 ਦੇ ਵਿੱਚ ਉਹਨਾਂ ਦਾ ਇੰਤਕਾਲ ਹੋ ਗਿਆ। ਉਹ ਇਸ ਦੇ ਅਖੀਰਲੇ ਵੰਸ਼ਜ ਸਨ ਉਹਨਾਂ ਦੇ। ਔਰ ਉਹਨਾਂ ਦੀ ਬੇਗਮ ਸਾਹਿਬਾ ਮੁਨੱਵਰ ਉਲ ਨਿਸ਼ਾ ਜੀ, ਉਹ ਅੱਜ ਵੀ 101 ਸਾਲ ਦੀ ਉਮਰ ਦੇ ਵਿੱਚ ਸਾਡੇ ਵਿੱਚ ਹਨ ਔਰ ਸਾਨੂੰ ਉਹਨਾਂ ਦੇ ਦਰਸ਼ਨ ਕਰਨ ਦਾ ਮਿਲਣ ਦਾ ਸੁਭਾਗ ਮਿਲਿਆ। ਬਹੁਤ ਬਜ਼ੁਰਗੀ ਦੀ ਅਵਸਥਾ ਹੈ, ਪਰ ਉਹਨਾਂ ਦੇ ਅੰਦਰ ਇੱਕ ਦਰਦ ਤੜਫ ਉਹ ਹੈ ਅੱਜ ਵੀ ਜਿਉਂਦੀ ਕਿ ਇਸ ਮਹੱਲ ਨੂੰ ਸਵਾਰਿਆ ਜਾਵੇ, ਇਹਦੀ ਦੇਖਭਾਲ ਕੀਤੀ ਜਾਵੇ। ਸ੍ਰੀ ਸਾਹਿਬ ਉਹਨਾਂ ਨੇ ਪੰਥ ਦੇ ਹਵਾਲੇ ਕਰ ਦਿੱਤੀ ਹੈ। ਔਰ ਬੇਗਮ ਸਾਹਿਬਾ ਜਿਹੜੇ ਹਨ, ਚਾਹੇ ਬਹੁਤ ਬਜ਼ੁਰਗ ਅਵਸਥਾ 'ਚ ਹਨ, ਉਹਨਾਂ ਨੇ ਇਹ ਜਿਹੜੀ ਹਵੇਲੀ ਹੈ ਇਹ ਹੈਰੀਟੇਜ ਬਣਾਉਣ ਵਾਸਤੇ, ਔਰ ਇੱਥੇ ਸਿੱਖ ਕੌਮ ਤੇ ਮੁਸਲਮਾਨ ਕੌਮ ਜਿਹੜੀ ਉਹਨਾਂ ਦੇ ਆਪਸੀ ਭਾਈਚਾਰੇ ਨੂੰ ਸੰਬੰਧ ਨੂੰ ਰੱਖਦਿਆਂ ਹੋਇਆਂ ਇੱਥੇ ਅੱਗੇ ਸਟੱਡੀਜ਼ ਵਾਸਤੇ ਗਵਰਨਮੈਂਟ ਨੂੰ ਦੇ ਦਿੱਤੀ ਹੈ। ਔਰ ਗਵਰਨਮੈਂਟ ਨੇ ਅਪਰੂਵ ਵੀ ਕਰ ਦਿੱਤਾ ਹੈ ਕਿ ਇਸ ਨੂੰ ਹੈਰੀਟੇਜ ਬਣਾ ਕੇ ਸੰਭਾਲਿਆ ਜਾਵੇ, ਜਿਹੜੀ ਕਿ ਬਹੁਤ ਹੀ ਅਤਿਅੰਤ ਖੁਸ਼ੀ ਵਾਲੀ ਗੱਲ ਹੈ। ਔਰ ਇਹ ਬੇਗਮ ਸਾਹਿਬਾ ਜਿਹੜੇ ਹਨ, ਇਹ ਪਿੱਛੋਂ ਟੌਂਕ ਰਿਆਸਤ ਜਿਹੜੀ ਰਾਜਸਥਾਨ ਦੀ ਸੀਗੀ, ਉੱਥੋਂ ਇਹਨਾਂ ਦਾ ਨਿਕਾਹ ਹੋਇਆ ਸੀਗਾ ਨਵਾਬ ਸਾਹਿਬ ਦੇ ਨਾਲ 1947 ਦੇ ਵਿੱਚ। ਔਰ ਇਹਨਾਂ ਨੇ ਵੀ ਜ਼ਿੰਦਗੀ ਦੇ ਬਹੁਤ ਉਤਰਾਅ ਚੜ੍ਹਾਅ ਦੇਖੇ ਹਨ। ਅੱਜ ਸਾਨੂੰ ਜਿੱਥੇ ਇਹ ਬਹੁਤ ਖੁਸ਼ੀ ਹੋ ਰਹੀ ਹੈ ਕਿ ਇਹਦੀ ਦੇਖਭਾਲ ਹੋ ਜਾਵੇਗੀ, ਅਸੀਂ ਐਕਸਪੈਕਟ ਕਰਦੇ ਹਾਂ ਕਿ 1-2 ਸਾਲਾਂ ਦੇ ਵਿੱਚ ਇਹਦਾ ਇੱਕ ਨਵਾਂ ਰੂਪ ਜਿਹੜਾ ਤੁਹਾਨੂੰ ਤੇ ਸਾਨੂੰ ਦੇਖਣ ਨੂੰ ਮਿਲੇਗਾ। ਔਰ ਸਾਨੂੰ ਇਹ ਮਾਣ ਤੇ ਫਖਰ ਹੋਏਗਾ ਕਿ ਅਸੀਂ ਇਸ ਸਥਾਨ ਦੇ ਉਦੋਂ ਦਰਸ਼ਨ ਕੀਤੇ ਜਦੋਂ ਅਜੇ ਇਸ ਦੀ ਦੇਖਭਾਲ ਇੰਨੀ ਨਹੀਂ ਸੀ। ਆਓ ਹੁਣ ਆਪ ਜੀ ਨੂੰ ਸ੍ਰੀ ਸਾਹਿਬ ਦੇ ਦਰਸ਼ਨ ਕਰਾਉਂਦੇ ਹਾਂ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਜਿਹੜੀ ਰਾਏਕੋਟ ਤੋਂ ਭੇਜੀ ਸੀਗੀ ਸ੍ਰੀ ਸਾਹਿਬ ਨਵਾਬ ਮਲੇਰਕੋਟਲਾ ਨੂੰ, ਇਹ ਉਹੀ ਹੈ ਜੀ। ਬਹੁਤ ਹੀ ਸੋਹਣਾ ਇਹਦਾ ਹੱਥਾ ਹੈ, ਬਹੁਤ ਸੋਹਣੀ ਮੀਨਾਕਾਰੀ ਹੋਈ ਹੈ ਔਰ ਇਹਦੇ ਉੱਪਰ ਲਿਖਿਆ ਹੋਇਆ ਹੈ ਇੱਕ ਓੰਕਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਨਵਾਬ ਸ਼ੇਰ ਖਾਂ ਮਲੇਰੀ ਨੂੰ ਪ੍ਰੇਮ ਦਾ ਸੰਦੇਸ਼ਾ ਰਾਏਕੋਟ।
ਇਹ ਬਾਅਦ ਵਿੱਚ ਖੁਦਵਾਇਆ ਗਿਆ ਪਰਿਵਾਰ ਵੱਲੋਂ, ਪਰ ਉਜਾਦ ਨੂੰ ਪੱਕੀ ਕਰਨ ਲਈ। ਔਰ ਦੂਜੇ ਪਾਸੇ ਲਿਖਿਆ ਹੋਇਆ ਹੈ ਸੰਮਤ 1762, ਜਿਹੜਾ ਕਿ ਈਸਵੀ 1705 ਬਣਦਾ ਹੈ। ਸਾਡੇ ਧੰਨ ਭਾਗ ਹਨ ਕਿ ਸਾਨੂੰ ਉਸ ਸ੍ਰੀ ਸਾਹਿਬ ਨੂੰ ਅੱਜ ਦਰਸ਼ਨ ਕਰਨ ਦਾ ਮੌਕਾ ਮਿਲਿਆ, ਜਿਸ ਨੂੰ ਸੱਚੇ ਸਤਿਗੁਰ ਕਲਗੀਧਰ ਪਿਤਾ ਜੀ, ਦਸ਼ਮੇਸ਼ ਪਿਤਾ ਜੀ ਦੇ ਹੱਥਾਂ ਦੀ ਛੋਹ ਪ੍ਰਾਪਤ ਹੈ। ਔਰ ਇਹ ਬਹੁਤ ਹੀ ਵਿਲੱਖਣ ਸ਼ਸਤਰ ਹੈ, ਜਿਸ ਦੇ ਇੱਕ ਪਾਸੇ ਤੇ ਬਹੁਤ ਤਿੱਖੀ ਧਾਰ ਹੈ ਔਰ ਦੂਜੇ ਪਾਸੇ ਦੇ ਬਹੁਤ ਬਰੀਕ ਬਰੀਕ ਕਿੰਗਰੇ ਜੇ ਬਣੇ ਹੋਏ ਹਨ। ਇਹ 108 ਹਨ ਗਿਣਤੀ ਦੇ ਵਿੱਚ। ਇਹ ਐਵੇਂ ਹੈ ਕਿ ਜਿਵੇਂ ਸੰਤ ਸਿਪਾਹੀ ਨੂੰ ਪੂਰੀ ਜਿਹੜੀ ਡੈਫੀਨੇਸ਼ਨ ਦੇਣੀ ਹੋਵੇ, ਤੇ ਜਿਹੜਾ ਸਿਪਾਹੀ ਆ ਉਹਦੇ ਕੋਲ ਵੀ ਜਦੋਂ ਮੌਕਾ ਮਿਲੇ ਤਾਂ ਉਹ ਇੱਥੋਂ ਹੀ ਇੱਕ ਜਿਵੇਂ ਮਾਲਾ ਫੇਰ ਕੇ ਤੇ ਆਪਣਾ ਸਿਮਰਨ ਬੰਦਗੀ ਕਰ ਸਕਦਾ ਹੈ। ਇਹ ਸਾਡੀ ਸੋਚ ਹੈ। ਗੁਰੂ ਸਾਹਿਬ ਦਾ ਇਹਦੇ ਪਿੱਛੇ ਕੀ ਸੋਚ ਸੀ, ਕੀ ਲੌਜਿਕ ਸੀ, ਇਹ ਗੁਰੂ ਸਾਹਿਬ ਜਾਣਨ। ਅਸੀਂ ਆਪਣੀ ਸੋਚ ਦੇ ਅਨੁਸਾਰ ਆਪ ਜੀ ਦੇ ਨਾਲ ਸਾਂਝ ਪਾ ਰਹੇ ਹਾਂ। ਸ੍ਰੀ ਸਾਹਿਬ ਨੂੰ ਕਾਫੀ ਜੰਗ ਲੱਗਾ ਹੋਇਆ ਹੈ, ਸਿਰੇ ਲਾਗੋਂ ਥੋੜਾ ਜੰਗ ਦੇ ਨਾਲ ਮੈਟਲ ਖਰਾਬ ਵੀ ਹੋ ਗਿਆ ਸਮੇਂ ਦੇ ਨਾਲ। ਇਹ ਸ੍ਰੀ ਸਾਹਿਬ ਮਲੇਰਕੋਟਲੇ ਦੇ ਮੁਬਾਰਕ ਮੰਜ਼ਿਲ ਪੈਲੇਸ ਦੇ ਵਿੱਚ ਬਹੁਤ ਛੇਤੀ ਡਿਸਪਲੇ ਤੇ ਹੋਏਗੀ ਸੰਗਤ ਵਾਸਤੇ, ਔਰ ਕੋਸ਼ਿਸ਼ ਕੀਤੀ ਜਾਏਗੀ ਕਿ ਇਹਨੂੰ ਉਸ ਤੋਂ ਪਹਿਲਾਂ ਜਿਹੜਾ ਵਾ ਥੋੜਾ ਸਵਾਰ ਕੇ ਪ੍ਰੀਜ਼ਰਵ ਵੀ ਕਰ ਲਿਆ ਜਾਵੇ। ਉਸ ਤੋਂ ਬਾਅਦ 'ਚ ਸੰਗਤ ਦੇ ਦਰਸ਼ਨਾਂ ਵਾਸਤੇ ਸਦਾ ਲਈ ਜਿਹੜੀ ਹੈ ਡਿਸਪਲੇ ਹੋ ਜਾਏਗੀ। ਜਿਹੜੀ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਅੱਜ 300 ਸਾਲ ਤੋਂ ਉੱਪਰ ਹੋ ਗਏ ਉਹ ਸ੍ਰੀ ਸਾਹਿਬ ਨੂੰ, ਉਹ ਦਾਤ ਨੂੰ, ਉਹ ਬਖਸ਼ਿਸ਼ ਨੂੰ, ਇਸ ਦੇ ਅਸੀਂ ਦਰਸ਼ਨ ਖੁੱਲ੍ਹੇ ਕਰ ਸਕਾਂਗੇ। ਇਸ ਮਹਿਲ ਦੇ ਲਈ ਮੁਬਾਰਕ ਮੰਜ਼ਿਲ ਪੈਲੇਸ ਲਈ ਸਰਕਾਰ ਕੋਲੋਂ ग्रांट जारी कर दी गई है। मैं बेटे कैप्टन अमरिंदर सिंह का शुक्रिया अदा करती हूँ महल को यादगार बनाने का। ये मलेरकोटला नवाब शेर मुहम्मद खान जो 10वें पातशाह जी ने एक पवित्र श्री साहब दी सी, जो इस परिवार के कोल है, उसकी इन्होंने 3 मैंबरी कमेटी बना दी है, जिहदे दास ते मुहम्मद महमूद ते हरप्रीत सिंह सिद्धू ने। वो संगतां लई इसे महल दे विच सुशोभित कीती जावेगी। आप जी दे अगे बेनती है कि आप जी ने वीडियो शेयर जरूर करनी, पेज निशान सिंह आस्ट्रेलिया लाइक शेयर जरूर करना जी। वाहिगुरू जी का खालसा, वाहिगुरू जी की फतेह।